ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਕਰਿਕੂਲਮ ਨੀਡਸ ਆਫ ਗਿਫਟਡ ਲਰਨਰਸ। ਤਾਂ ਜਿਹੜੇ ਇਹ ਗਿਫਟਡ ਲਰਨਰ ਹੁੰਦੇ ਨੇ ਤਾਂ ਇਹ ਉਹ ਵਿਦਿਆਰਥੀ ਹੁੰਦੇ ਨੇ ਜਿਹੜੇ ਦੂਸਰੇ ਵਿਦਿਆਰਥੀਆਂ ਦੇ ਮੁਕਾਬਲੇ ਇਹਨਾਂ ਦਾ ਜਿਹੜਾ ਆਈਕਿਊ ਲੈਵਲ ਹੈ ਇਹ ਜ਼ਿਆਦਾ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚ ਸਿੱਖਣ ਦੀ ਰੁਚੀ ਵੀ ਹੁੰਦੀ ਹੈ ਜਿਹੜੀ ਉਹ ਆਮ ਵਿਦਿਆਰਥੀਆਂ ਤੋਂ ਜ਼ਿਆਦਾ ਹੁੰਦੀ ਆ। ਤਾਂ ਜਮਾਂਦਰੂ ਜਿਹੜੀ ਪ੍ਰਤਿਭਾ ਇਹਨਾਂ ਨੂੰ ਕਿਹਾ ਜਾਂਦਾ ਗਿਫਟਡ ਲਰਨਰਸ ਨੂੰ, ਤਾਂ ਇਹ ਉਹ ਸਿਖਾਰਥੀ ਹੁੰਦੇ ਨੇ ਜਿਹੜੇ ਬੌਧਿਕ, ਰਚਨਾਤਮਕ, ਕਲਾਤਮਕ, ਅਗਵਾਈ ਯੋਗਤਾ ਜਾਂ ਵਿਸ਼ਿਸ਼ਟ ਅਕਾਦਮਿਕ ਖੇਤਰਾਂ ਵਿੱਚ ਉੱਚ ਕਾਰਗੁਜ਼ਾਰੀ ਵਾਲੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਨੇ। ਤਾਂ ਇਹ ਕੁਝ ਅਜਿਹੀਆਂ ਗਤੀਵਿਧੀਆਂ ਮਤਲਬ ਕਿ ਇਹਨਾਂ ਨੂੰ ਕੁਛ ਸਪੈਸ਼ਲ ਜਿਹੜਾ ਮਤਲਬ ਕਿ ਕਲਾਸ ਦੇ ਮਾਹੌਲ ਦੇ ਵਿੱਚ ਚਾਹੀਦਾ ਹੁੰਦਾ ਹੈ ਤਾਂ ਕਿ ਇਹ ਆਪਣੀਆਂ ਜਿਹੜੀਆਂ ਸੰਪੂਰਨ ਜਿਹੜੀਆਂ ਯੋਗਤਾਵਾਂ ਜਾਂ ਕੁਸ਼ਲਤਾਵਾਂ ਦਾ ਵਿਕਾਸ ਕਰ ਸਕਣ। ਤਾਂ ਇਹ ਗਿਫਟਡ ਜਿਹੜੇ ਲਰਨਰ ਹੁੰਦੇ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਅਲਫਾ ਤਰੰਗ ਦੀ ਗਤੀਵਿਧੀ ਹੁੰਦੀ ਹੈ ਜਿਹੜੀ ਉਹ ਆਮ ਵਿਅਕਤੀ ਤੋਂ ਜ਼ਿਆਦਾ ਹੁੰਦੀ ਹੈ। ਤਾਂ ਇਸ ਕਾਰਨ ਇਹ ਵਿਦਿਆਰਥੀ ਦੂਸਰੇ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਜਲਦੀ ਸਿੱਖਦੇ ਨੇ। ਤਾਂ ਕਿਸੇ ਵੀ ਸਬਜੈਕਟ ਜਾਂ ਕਿਸੇ ਵੀ ਜਿਹੜੀ ਮਤਲਬ ਕਿ ਰਚਨਾਤਮਕ ਕੋਈ ਯੁਕਤ ਹੈ ਉਸ ਦੇ ਵਿੱਚ ਛੇਤੀ ਇਹ ਮੁਹਾਰਤ ਹਾਸਲ ਕਰ ਲੈਂਦੇ ਨੇ। ਤਾਂ ਇਸ ਤਰ੍ਹਾਂ ਕਹਿੰਦੇ ਇਹ ਜਮਾਂਦਰੂ ਪ੍ਰਤਿਭਾਸ਼ੀਲ ਸਿਖਿਆਰਥੀ ਛੇਤੀ ਸਿੱਖਦੇ ਨੇ ਅਤੇ ਮੁੱਢਲੇ ਤੱਥਾਂ ਨੂੰ ਤੇਜ਼ੀ ਨਾਲ ਯਾਦ ਕਰ ਲੈਂਦੇ ਨੇ ਅਤੇ ਇਹਨਾਂ ਉੱਪਰ ਮੁਹਾਰਤ ਪ੍ਰਾਪਤ ਕਰ ਲੈਂਦੇ ਨੇ। ਪਰੰਤੂ ਅਜਿਹੇ ਬੱਚੇ ਛੇਤੀ ਬੋਰ ਹੋ ਜਾਂਦੇ ਨੇ ਅਤੇ ਅਭਿਆਸ ਦੇ ਦੁਹਰਾਈ ਤੋਂ ਬਚਦੇ ਨੇ। ਉਹ ਕਾਰਜ ਨਾਲ ਚੰਗੀ ਤਰ੍ਹਾਂ ਜੁੜਦੇ ਅਤੇ ਵਿਚਾਰਾਂ ਦਾ ਸਹੀ ਸੰਚਾਰ ਕਰਦੇ ਨੇ, ਪਰ ਉਹ ਸ਼੍ਰੇਣੀ ਦੀ ਰੁਟੀਨ ਦਾ ਵਿਰੋਧ ਕਰਦੇ ਨੇ ਅਤੇ ਵਿਘਨ ਨੂੰ ਨਾਪਸੰਦ ਕਰਦੇ ਨੇ। ਦੇਖੋ ਤੁਹਾਡੀ ਕਲਾਸ ਦੇ ਵਿੱਚ ਕਈ ਸਟੂਡੈਂਟਸ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਆਈਕਿਊ ਲੈਵਲ ਜ਼ਿਆਦਾ ਹੁੰਦਾ ਹੈ। ਤਾਂ ਉਹਨਾਂ ਦੀ ਪਕੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਟੀਚਰ ਦੇ ਇੱਕ ਵਾਰ ਲੈਕਚਰ ਦਿੱਤੇ ਨਾਲ ਹੀ ਸਾਰਾ ਕੁਝ ਸਮਝ ਜਾਂਦੇ ਨੇ। ਤਾਂ ਜਦੋਂ ਦੂਸਰੇ ਵਿਦਿਆਰਥੀਆਂ ਦੇ ਲਈ ਉਹੀ ਜਿਹੜਾ ਲੈਕਚਰ ਹੈ ਟੀਚਰ ਨੂੰ ਰਿਪੀਟ ਕਰਨਾ ਪੈਂਦਾ ਹੈ ਤਾਂ ਉਹ ਵਿਦਿਆਰਥੀ ਜਲਦੀ ਬੋਰ ਹੁੰਦੇ ਨੇ, ਕਿਉਂਕਿ ਉਹਨਾਂ ਨੇ ਉਹ ਚੀਜ਼ ਜਿਹੜੀ ਟੀਚਰ ਦੁਬਾਰਾ ਦੱਸ ਰਿਹਾ ਉਹਨਾਂ ਨੇ ਸਿੱਖ ਲਈ ਹੈ। ਤਾਂ ਇਸ ਤਰ੍ਹਾਂ ਇਹ ਵਿਦਿਆਰਥੀ ਨੇ ਜਿਹੜੇ ਉਹ ਹੋਰ ਵਿਦਿਆਰਥੀਆਂ ਤੋਂ ਅਲੱਗ ਤਰ੍ਹਾਂ ਦੀ ਜਿਹੜੀ ਯੋਗਤਾ ਉਹ ਰੱਖਦੇ ਨੇ। ਤਾਂ ਇਸ ਤਰ੍ਹਾਂ ਇਹ ਗਿਫਟਡ ਚਾਈਲਡ ਜਿਹੜਾ ਸ਼ਬਦ ਮਤਲਬ ਕਿ ਪ੍ਰਤਿਭਾਸ਼ੀਲ ਜਾਂ ਗੁਣਵਾਨ ਜਾਂ ਗਿਫਟਡ ਸ਼ਬਦ ਜਦੋਂ ਵਿਦਿਆਰਥੀਆਂ, ਬੱਚਿਆਂ ਜਾਂ ਨੌਜਵਾਨਾਂ ਦੇ ਸੰਦਰਭ ਵਿੱਚ ਵਰਤੇ ਜਾਂਦੇ ਨੇ ਤਾਂ ਇਸ ਦਾ ਅਰਥ ਹੈ ਕਿ ਉਹ ਬੱਚੇ, ਵਿਦਿਆਰਥੀ ਅਤੇ ਨੌਜਵਾਨ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਉੱਚ ਪ੍ਰਾਪਤੀ ਸਮਰੱਥਾ ਦੇ ਪ੍ਰਮਾਣ ਦਿੰਦੇ ਨੇ, ਭਾਵੇਂ ਕਿ ਉਹ ਕੋਈ ਵੀ ਖੇਤਰ ਹੋਵੇ, ਕੋਈ ਬੌਧਿਕ, ਰਚਨਾਤਮਕ, ਕੋਈ ਕਲਾਤਮਕ ਜਾਂ ਕੋਈ ਵਿਸ਼ੇਸ਼ ਅਕਾਦਮਿਕ ਪ੍ਰਾਪਤੀ ਹੋਵੇ। ਤਾਂ ਉਹ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਾਪਤ ਕਰਨ ਦਾ ਜਿਹੜਾ ਮੁਹਾਰਤ ਹੈ ਉਹ ਰੱਖਦੇ ਨੇ। ਤਾਂ ਇਸ ਤਰ੍ਹਾਂ ਕੁਛ ਕੁ ਵਿਦਵਾਨ ਨੇ ਉਹਨਾਂ ਦੁਆਰਾ ਜਿਹੜੀਆਂ ਡੈਫੀਨੇਸ਼ਨਸ ਦਿੱਤੀਆਂ ਗਈਆਂ ਨੇ। ਟਰਮੈਨ ਦੇ ਵਿਚਾਰ ਅਨੁਸਾਰ ਜੇਕਰ ਕੋਈ ਵਿਅਕਤੀ ਵਿਨੈ ਜਾਂ WISC ਸਕੇਲ ਵਿੱਚ ਇੱਕ ਵਿਸ਼ੇਸ਼ ਪੱਧਰ 140 ਬੁੱਧੀ ਅੰਕ ਤੋਂ ਉੱਪਰ ਸਕੋਰ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਗਿਫਟਡ ਚਾਈਲਡ ਕਿਹਾ ਜਾਂਦਾ। ਤਾਂ ਗਰਾਸ ਕੀ ਕਹਿੰਦਾ ਹੈ? ਗਰਾਸ ਅਨੁਸਾਰ ਬੁੱਧੀ ਅੰਕ ਮਾਪਾਂ ਅਨੁਸਾਰ ਹੇਠਾਂ ਦਿੱਤਾ ਵਰਗੀਕਰਨ ਆਮ ਤੌਰ 'ਤੇ ਸਵੀਕ੍ਰਿਤ ਹੈ। ਇਸ ਨੇ ਅਲੱਗ-ਅਲੱਗ ਜਿਹੜੇ ਲੈਵਲ ਮਤਲਬ ਕਿ ਬਣਾਏ ਨੇ ਕਿ ਜੇਕਰ ਕਿਸੇ ਵਿਅਕਤੀ ਦਾ ਆਈਕਿਊ ਲੈਵਲ ਇੰਨਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਮਤਲਬ ਕਿ ਮੁਹਾਰਤ ਹੈ ਜਿਹੜੀ ਉਹ ਰੱਖਦਾ ਹੈ, ਉਹ ਹਲਕਾ ਹੈ ਜਾਂ ਔਸਤਨ ਉਸ ਦਾ ਆਈਕਿਊ ਲੈਵਲ ਹੈ ਜਾਂ ਉਹ ਬਹੁਤ ਹੀ ਵਧੀਆ ਉਸ ਦਾ ਆਈਕਿਊ ਲੈਵਲ ਹੈ। ਤਾਂ ਇਸ ਤਰ੍ਹਾਂ ਇਹ ਇਸਦਾ ਅਲੱਗ-ਅਲੱਗ ਤਰ੍ਹਾਂ ਦਾ ਲੈਵਲ ਹੈ। ਤਾਂ ਨੈਕਸਟ ਹੈ ਇਹਨਾਂ ਵਿਦਿਆਰਥੀਆਂ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਤਾਂ ਗਿਲਫੋਰਡ ਦੇ ਅਨੁਸਾਰ ਜਿਹੜੇ ਇਹ ਗਿਫਟਡ ਚਾਈਲਡ ਹੁੰਦੇ ਨੇ ਇਹਨਾਂ ਦੇ ਵਿੱਚ ਅਵਿਸਾਰੀ ਚਿੰਤਨ ਅਤੇ ਅਪਸਾਰੀ ਚਿੰਤਨ ਦੋਹਾਂ ਪ੍ਰਕਾਰਾਂ ਦੇ ਗੁਣ ਹੁੰਦੇ ਨੇ। ਤਾਂ ਸਿਲਵਰਮੈਨ ਕਹਿੰਦੇ ਪ੍ਰਤਿਭਾਸ਼ੀਲ ਵਿਅਕਤੀ ਸੰਸਾਰ ਨੂੰ ਗੁਣਾਤਮਕ ਵਿਭਿੰਨਤਾਵਾਂ ਨਾਲ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਅਨੁਭਵ ਕਰਦੇ ਨੇ। ਤੀਬਰਤਾ, ਸੰਵੇਦਨਸ਼ੀਲਤਾ, ਆਦਰਸ਼ਵਾਦ, ਗਿਆਨਤਾ, ਵਧੇਰੇ ਉਤੇਜਨਸ਼ੀਲਤਾ, ਅਸਮਕਾਲਤਾ, ਗੁੰਝਲਤਾ, ਅੰਤਰਮੁਖਤਾ। ਤਾਂ ਇਸ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੀ ਜਿਹੜੀ ਯੋਗਤਾ ਹੈ ਉਹ ਰੱਖਦੇ ਨੇ। ਤਾਂ ਗਗਨੇ ਮਤਲਬ ਕਿ ਇੱਕ ਪ੍ਰਸਿੱਧ ਵਿਦਵਾਨ ਹੈ ਜੋ ਸਾਈਕੋ ਦੇ ਹੋਏ ਨੇ, ਤਾਂ ਉਹਨਾਂ ਦਾ ਵਿਦਵਾਨ ਹੈ ਕਿ ਪ੍ਰਤਿਭਾਵਾਨ ਕਿ ਉਹ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਦੀ ਸਮਰੱਥਾ, ਮਨੁੱਖੀ ਯੋਗਤਾ
ਤਾਂ ਇੱਕ ਜਾਂ ਵੱਧ ਜਾਂ ਕਾਰਜੀ ਖੇਤਰਾਂ ਵਿੱਚ ਔਸਤ ਤੋਂ ਵਿਲੱਖਣ ਤੋਂ ਵਧੇਰੇ ਹੁੰਦੀ ਹੈ। ਉਹ ਬੌਧਿਕ, ਸਿਰਜਣਾਤਮਕ, ਸਮਾਜਿਕ ਅਤੇ ਸਰੀਰਕ ਹਰ ਇੱਕ ਪੱਖੋਂ ਉੱਪਰ ਹੁੰਦੇ ਨੇ। ਉਹ ਆਪਣੇ ਜਿਹੜੇ ਉਹਨਾਂ ਦੇ ਹਾਣ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਤੋਂ ਉਹ 10% ਉੱਪਰਲੇ ਵਿਕਾਸ ਦੇ ਵਿੱਚ ਆਉਂਦੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਆਈਕਿਊ ਲੈਵਲ ਹੈ ਉਹ ਜ਼ਿਆਦਾ ਹੁੰਦਾ ਹੈ। ਤਾਂ ਅੱਗੇ ਆਪਾਂ ਕਰਦੇ ਹਾਂ ਕਰੀਕੁਲਮ ਫਾਰ ਗਿਫਟਡ ਚਿਲਡਰਨ। ਤਾਂ ਵਾਨ ਡਾਸਨ ਅਤੇ ਵਾਸਕਾ ਦੇ ਅਨੁਸਾਰ ਜਿਹੜੇ ਗਿਫਟਡ ਚਿਲਡਰਨ ਹੁੰਦੇ ਨੇਗੇ ਉਹਨਾਂ ਦੀਆਂ ਲੋੜਾਂ, ਉਹਨਾਂ ਦਾ ਪਾਠਕ੍ਰਮ ਗਿਆਨਾਤਮਕ, ਭਾਵਾਤਮਕ, ਸਮਾਜਿਕ ਅਤੇ ਸੁਹਜਾਤਮਕ ਖੇਤਰ ਨੂੰ ਸ਼ਾਮਿਲ ਕਰਦੀਆਂ ਨੇ। ਭਾਵ ਕਿ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਕਰੀਕੁਲਮ ਹੈ ਉਹ ਮਤਲਬ ਕਿ ਹੋਰ ਵਿਦਿਆਰਥੀਆਂ ਨਾਲੋਂ ਕੁਛ ਹੱਦ ਤੱਕ ਜਿਹੜਾ ਅਲੱਗ ਹੈ ਉਹ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਪਣਾ ਵਿਕਾਸ ਕਰ ਸਕਣ। ਅਤੇ ਗਿਫਟਡ ਚਿਲਡਰਨ ਨੇ ਅਜਿਹੇ ਪਾਠਕ੍ਰਮ ਨਾਲ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਅਤੇ ਉਹ ਵੱਧ ਤੋਂ ਵੱਧ ਸਿੱਖ ਸਕਦੇ ਨੇ। ਤਾਂ ਜਿਹੜੇ ਗਿਫਟਡ ਚਿਲਡਰਨ ਹੁੰਦੇ ਨੇ ਇਹਨਾਂ ਦਾ ਪਾਠਕ੍ਰਮ ਅਨੁਭਵ ਅਜਿਹੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਸੋਚ ਵਿਚਾਰ ਕੇ ਯੋਜਨਾਬੰਦੀ ਅਤੇ ਲਿਖਾਵਟ ਹੋਈ ਹੋਵੇ ਅਤੇ ਜਿਸ ਵਿੱਚ ਸੁਨਿਸ਼ਚਿਤ ਆਕਲਨ ਸ਼ਾਮਿਲ ਹੋਏ। ਮਤਲਬ ਕਿ ਉਹਨਾਂ ਦੀ ਅਸੈਸਮੈਂਟ ਹੈ ਜਿਹੜੀ, ਉਹਨਾਂ ਦਾ ਜਿਹੜਾ ਇਵੈਲੂਏਸ਼ਨ ਹੈ ਉਹ ਵਧੀਆ ਹੋਵੇ। ਤਾਂ ਇਸ ਤਰ੍ਹਾਂ ਕਹਿੰਦੇ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਪ੍ਰਤਿਭਾਸ਼ੀਲ ਵਿਦਿਆਰਥੀਆਂ ਲਈ ਪ੍ਰਭਾਵਸ਼ਾਲੀ ਪਾਠਕ ਸਾਂਝੇ ਜਾਂ ਔਸਤ ਬੁਨਿਆਦੀ ਪਾਠਕ੍ਰਮ ਤੋਂ ਭਿੰਨ ਹੋਵੇ। ਇਸ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਸੌਂਪਿਆ ਜਾਣਾ ਚਾਹੀਦਾ। ਭਾਵ ਕਿ ਪਾਠਕ੍ਰਮ ਅਜਿਹਾ ਹੋਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਜਿਹੜੇ ਇਹ ਗਿਫਟਡ ਚਿਲਡਰਨ ਨੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ, ਉਹਨਾਂ ਦੀਆਂ ਸਮਰਥਾਵਾਂ ਨੇ, ਉਹਨਾਂ ਦਾ ਸਹੀ ਵਿਕਾਸ ਹੋ ਸਕੇ। ਤਾਂ ਇਸ ਤਰ੍ਹਾਂ ਵਿਦਵਾਨਾਂ ਦੇ ਵਿਚਾਰ ਅਨੁਸਾਰ ਜਿਹੜਾ ਪਾਠਕ੍ਰਮ ਦਾ ਵਿਸ਼ਿਸ਼ਟੀਕਰਨ ਹੈ ਹੀ ਸਿਰਫ ਇੱਕ ਅਜਿਹਾ ਲੋੜੀਂਦਾ ਸੰਵਿਧਾਨ ਹੈ ਜੋ ਪ੍ਰਤਿਭਾਸ਼ੀਲ ਵਿਦਿਆਰਥੀਆਂ ਲਈ ਹੋ ਸਕਦਾ ਹੈ। ਭਾਵ ਕਿ ਹੋਰਨਾਂ ਵਿਦਿਆਰਥੀਆਂ ਦੇ ਨਾਲੋਂ ਉਹਨਾਂ ਦਾ ਜਿਹੜਾ ਪਾਠਕ੍ਰਮ ਹੈ ਉਹ ਕੁਛ ਹੱਦ ਤੱਕ ਅਲੱਗ ਹੈ, ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ। ਤਾਂ ਅੱਗੇ ਆਪਾਂ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਪਾਠਕ੍ਰਮ ਹੈ ਉਹ ਵਿਸ਼ਿਸ਼ਟ ਕਿਵੇਂ ਹੋਣਾ ਚਾਹੀਦਾ। ਦੇਖੋ ਆਪਾਂ ਪਹਿਲਾਂ ਕੀਤਾ ਸੀ ਕਿ ਵਿਦਿਆਰਥੀ ਨੇ ਜਿਹੜੇ ਉਹ ਹੋਰਨਾਂ ਵਿਦਿਆਰਥੀਆਂ ਤੋਂ ਵੱਧ ਜਿਹੜੀਆਂ ਰੁਚੀਆਂ ਨੇ, ਯੋਗਤਾਵਾਂ ਨੇ ਜਾਂ ਇਹਨਾਂ ਦਾ ਆਈਕਿਊ ਲੈਵਲ ਹੈ ਉਹ ਜ਼ਿਆਦਾ ਹੁੰਦਾ ਹੈ। ਤਾਂ ਸਮੇਂ ਦੀ ਮੰਗ ਹੈ ਕਿ ਇਹਨਾਂ ਦਾ ਪਾਠਕ੍ਰਮ ਹੈ ਜਿਹੜਾ ਥੋੜ੍ਹਾ ਜਿਹਾ ਹੋਰਨਾਂ ਵਿਦਿਆਰਥੀਆਂ ਤੋਂ ਅਲੱਗ ਹੋਣਾ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਇਸ ਦਾ ਮੀਨਿੰਗ ਕੀ ਆ। ਵਿਸ਼ਿਸ਼ਟੀਕਰਨ ਦੀ ਸੀਮਾ ਪਾਠਕ੍ਰਮ ਵਿੱਚ ਮਾਮੂਲੀ ਤੋਂ ਬਹੁਤ ਵਧੇਰੇ ਸੋਧ ਤੱਕ ਹੋ ਸਕਦੀ ਹੈ, ਜਿਸ ਵਿੱਚ ਸਬਜੈਕਟ, ਕੰਟੈਂਟ, ਪ੍ਰਕਿਰਿਆ ਅਤੇ ਕੌਸ਼ਲਾਂ ਦਾ ਅਨੁਕੂਲਨ ਵਿੱਚ ਯੋਜਨਾਬੰਦੀ ਦਸਤਾਵੇਜ਼, ਜਿਹਦੇ ਵਿੱਚ ਕੀ ਹੈ ਵਿਦਿਆਰਥੀ ਹੈ ਜਿਹੜਾ ਉਹ ਆਪਣਾ ਸਹੀ ਵਿਕਾਸ ਕਰ ਸਕੇ ਅਤੇ ਸਿੱਖ ਸਕੇ। ਤਾਂ ਇਸ ਦੇ ਨਾਲ ਉਹਦੇ ਵਿੱਚ ਕਿਹੜੀਆਂ ਯੋਗਤਾਵਾਂ ਉਹ ਤੇਜ਼ ਗਤੀ ਨਾਲ ਸਿੱਖ ਸਕਦਾ, ਵਧੇਰੇ ਸੌਖੀ ਤਰ੍ਹਾਂ ਸਮੱਸਿਆਵਾਂ ਨੂੰ ਲੱਭਣਾ, ਹੱਲ ਕਰਨਾ ਅਤੇ ਕਾਰਜ ਕਰਨਾ, ਸੂਖਮ ਵਿਚਾਰਾਂ ਦਾ ਕੁਸ਼ਲ ਪੂਰਨ ਪ੍ਰਯੋਗ ਕਰਨਾ ਅਤੇ ਅਗਲੇਰੀ ਡਿਗਰੀ ਨਾਲ ਸੰਬੰਧ ਬਣਾਉਣੇ। ਭਾਵ ਉਸਨੇ ਨੈਕਸਟ ਕਲਾਸ ਦੇ ਵਿੱਚ ਕੀ ਪੜ੍ਹਨਾ ਹੈ, ਤਾਂ ਇਸ ਦੇ ਲਈ ਵੀ ਉਹ ਜਿਹੜੀ ਪਲੈਨਿੰਗ ਹੈ ਉਹ ਵਿਦਿਆਰਥੀ ਹੈ ਜਿਹੜਾ ਉਹ ਗਿਫਟਡ ਚਿਲਡਰਨ ਉਹ ਕਰਦੇ ਨੇ। ਤਾਂ ਨੈਕਸਟ ਆਪਾਂ ਕਰਦੇ ਹਾਂ ਕਿ ਇਹ ਜਿਹੜਾ ਡਿਫਰੈਂਟੇਸ਼ਨ ਹੈ ਜਾਂ ਇਹ ਵਿਸ਼ਿਸ਼ਟੀਕਰਨ ਪਾਠਕ੍ਰਮ ਦੀ ਜਿਹੜੀ ਪ੍ਰਕਿਰਿਆ ਹੈ ਇਸ ਦੇ ਵਿੱਚ ਦੋ ਚੀਜ਼ਾਂ ਸ਼ਾਮਲ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਹੈਗਾ ਸਮਰਿੱਧੀਕਰਨ, ਕਿ ਇਸ ਦੇ ਅਨੁਸਾਰ ਇਸ ਦਾ ਅਰਥ ਹੈ ਗਿਆਨ, ਪ੍ਰਯੋਗ, ਚਿੰਤਨ, ਕੌਸ਼ਲਾਂ ਅਤੇ ਜਿਹੜੀਆਂ ਪ੍ਰਵਿਰਤੀਆਂ ਨੇ ਉਹਨਾਂ ਦੇ ਵਿਕਾਸ ਲਈ ਪਾਠਕ੍ਰਮ ਨੂੰ ਵਿਆਪਕ ਜਿਹੜਾ ਰੂਪ ਹੈ ਉਹ ਪ੍ਰਦਾਨ ਕਰਨਾ। ਤਾਂ ਇਸ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਕੀ ਹੈ ਕਿ ਵਿਦਿਆਰਥੀ ਨੂੰ ਜਿਹੜੀਆਂ ਐਕਸਟਰਾ ਜਿਹੜੀਆਂ ਕਰੀਕੂਲਰ ਐਕਟੀਵਿਟੀਜ਼ ਨੇ ਉਹਨਾਂ ਨੂੰ ਉਸ ਵਿਦਿਆਰਥੀਆਂ ਨੂੰ ਉਸ ਦੇ ਵਿੱਚ ਭਾਗ ਦਿਵਾਉਣਾ, ਤਾਂ ਕਿ ਇਹਨਾਂ ਨੂੰ ਪ੍ਰੋਗਰਾਮ ਵਿੱਚ ਲਿਖਣ ਦੀ ਲੋੜ ਹੁੰਦੀ ਹੈ ਤਾਂ ਜੋ ਉਹਨਾਂ ਤੱਕ ਹਰੇਕ ਵਿਦਿਆਰਥੀ ਦੀ ਪਹੁੰਚ ਹੋ ਸਕੇ। ਭਾਵ ਕਹਿੰਦੇ ਵੀ ਇਹ ਜਿਹੜੀਆਂ ਐਕਸਟਰਾ ਜਿਹੜੀਆਂ ਕੋ ਕਰੀਕੂਲਰ ਐਕਟੀਵਿਟੀਜ਼ ਨੇ ਜੋ ਗਿਫਟਡ ਚਿਲਡਰਨ ਕਰ ਸਕਦੇ ਨੇ ਤਾਂ ਉਹਨਾਂ ਨੂੰ ਜਿਹੜਾ ਕਰੀਕੁਲਮ ਹੈ ਉਸ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਨੈਕਸਟ ਹੈ ਜਿਹੜੀਆਂ ਵਿਸਥਾਰਿਤ ਕਿਰਿਆਵਾਂ। ਤਾਂ ਇਹਦੇ ਵਿੱਚ ਕੀ ਹੈ ਕਿ ਵਿਦਿਆਰਥੀ ਦਾ ਗਿਆਨ, ਉਸ ਦੀ ਸਮਝ ਅਤੇ ਕੌਸ਼ਲ ਨੂੰ ਡੂੰਘਾ ਅਤੇ ਗੰਭੀਰ ਬਣਾਉਂਦੀਆਂ ਨੇ ਇਹ। ਵਿਸ਼ਿਸ਼ਟੀਕਰਨ ਦਾ ਅਰਥ ਜਿਹੜੇ ਗਿਫਟਡ ਚਿਲਡਰਨ ਹੁੰਦੇ ਨੇ ਉਹਨਾਂ ਨੂੰ ਉਹ ਕਿਰਿਆਵਾਂ ਪ੍ਰਦਾਨ ਕਰਾਉਣੀਆਂ ਨੇ ਜੋ ਸ਼੍ਰੇਣੀ ਦੇ ਸਧਾਰਨ ਬੱਚਿਆਂ ਦੇ ਮੁਕਾਬਲੇ ਇੱਕ ਵਿਸ਼ੇ ਨੂੰ ਵਧੇਰੇ ਵਿਸਤਾਰ ਅਤੇ ਗੰਭੀਰਤਾ ਨਾਲ ਅਧਿਐਨ ਕਰਨ ਦਾ ਮੌਕਾ ਦਿੰਦੇ ਨੇ। ਦੇਖੋ ਜਿਹੜੇ ਮਤਲਬ ਕਿ ਕਲਾਸ ਦੇ ਵਿੱਚ ਆਮ ਜਿਹੜੇ ਸਟੂਡੈਂਟਸ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਮੁੱਖ ਮਤਲਬ ਕਿ ਉਹਨਾਂ ਸਿੱਖਣਾ ਹੁੰਦਾ, ਉਹਨਾਂ ਦਾ ਇਹ ਹੈ ਕਿ ਆਪਣੇ ਕਰੀਕੁਲਮ ਦੇ ਵਿੱਚ ਕੀ ਸ਼ਾਮਲ ਹੈ ਨਾ, ਤਾਂ ਉਸ ਚੀਜ਼ ਨੂੰ ਉਹ ਯਾਦ ਕਰ ਲੈਂਦੇ ਨੇ। ਪਰ ਜਿਹੜੇ ਗਿਫਟਡ ਚਿਲਡਰਨ ਹੁੰਦੇ ਨੇ ਉਹਨਾਂ ਦਾ ਜਿਹੜਾ ਮੁੱਖ ਜਿਹੜਾ ਮਕਸਦ ਹੁੰਦਾ ਹਰ ਇੱਕ ਚੀਜ਼ ਨੂੰ ਜਿਹੜਾ ਡੀਪਲੀ ਪੜ੍ਹਨਾ ਅਤੇ ਉਸ ਬਾਰੇ ਸੂਖਮ ਅਧਿਐਨ ਕਰਨਾ। ਤਾਂ ਇਸ ਦੇ ਲਈ ਜਿਹੜੀਆਂ
ਐਕਟੀਵਿਟੀਜ਼ ਵਿਦਿਆਰਥੀਆਂ ਨੂੰ ਆਪਾਂ ਦੇ ਸਕਦੇ ਹਾਂ। ਉਹਨਾਂ ਦੇ ਵਿੱਚ ਸ਼ਾਮਲ ਨੇ ਕਿ ਉਹਨਾਂ ਲਈ ਸਪੈਸ਼ਲ ਅਸਾਈਨਮੈਂਟਸ ਦਿਓ ਅਤੇ ਇੰਡੀਪੈਂਡੈਂਟ ਪ੍ਰੋਜੈਕਟ, ਉਹ ਖੁਦ ਕੋਈ ਪ੍ਰੋਜੈਕਟ ਹੈ ਜਿਹੜਾ ਕਿਸੇ ਸਬਜੈਕਟ ਨੂੰ ਲੈ ਕੇ ਤਿਆਰ ਕਰਨ। ਪੈਨਲ ਡਿਸਕਸ਼ਨ, ਕੋਈ ਕਲਾਸ ਦੇ ਵਿੱਚ ਪੈਨਲ ਡਿਸਕਸ਼ਨ ਰੱਖੀ ਜਾਏ, ਵਿਦਿਆਰਥੀਆਂ ਨੂੰ ਟੌਪਿਕ ਦਿੱਤੇ ਜਾਣ। ਇਸ ਤੋਂ ਇਲਾਵਾ ਮਾਡਲ ਚਾਰਟ ਅਤੇ ਅਨੇਕਾਂ ਤਰ੍ਹਾਂ ਦੀ ਜਿਹੜੀ ਹੋਰ ਸਹਾਇਕ ਸਮੱਗਰੀ ਉਸ ਦੀ ਉਹ ਰਚਨਾ ਕਰਨ। ਪਾਠ ਸਹਾਇਕ ਕਿਰਿਆਵਾਂ ਦਾ ਸੰਗਠਨ ਅਤੇ ਸਹਿਭਾਗਤਾ, ਸਲਾਹ ਮਸ਼ਵਰੇ, ਕਾਉਂਸਲਿੰਗ ਸਰਵਿਸਿਜ਼ ਅਤੇ ਜਿਹੜੇ ਪੁਸਤਕਾਲੇ ਨੇ ਉਹਨਾਂ ਦਾ ਅਧਿਐਨ, ਉਹ ਲਾਇਬ੍ਰੇਰੀ 'ਚ ਜਾਣ, ਉਹ ਤੋਂ ਜਾ ਕੇ ਪੁਸਤਕਾਂ ਵਗੈਰਾ ਪੜ੍ਹਨ। ਐਕਸਪੈਰੀਮੈਂਟ ਐਂਡ ਰਿਸਰਚ, ਉਹ ਕੋਈ ਰਿਸਰਚ ਕਰਨ। ਤਾਂ ਇਸ ਤਰ੍ਹਾਂ ਵਾਧੂ ਕੋਰਸਾਂ ਦੀ ਉਪਲਬਧਤਾ, ਪ੍ਰਤਿਭਾਸ਼ੀਲਾਂ ਲਈ ਸਮਰ ਸਕੂਲ, ਭਾਵ ਕਿ ਉਹਨਾਂ ਦੇ ਕੈਂਪਸ ਵਗੈਰਾ ਲਾਏ ਜਾਣ ਤਾਂ ਕਿ ਉਹ ਵਿਦਿਆਰਥੀ ਆਪਣਾ ਸਹੀ ਸਿੱਖਣ ਯੋਗਤਾ ਦਾ ਵਿਕਾਸ ਕਰ ਸਕਣ। ਡੂੰਘਾਈ ਵਾਲੇ ਲੰਬਿਕ ਪ੍ਰੋਗਰਾਮ, ਜਿਹਦੇ ਵਿੱਚ ਵਿਦਿਆਰਥੀ ਨੇ ਜਿਹੜੇ ਉਹ ਕਿਸੇ ਵੀ ਵਿਸ਼ੇ ਨੂੰ ਲੈ ਕੇ ਡੂੰਘਾਈ ਦੇ ਨਾਲ ਸਿੱਖ ਸਕਣ। ਤਾਂ ਉਦਾਹਰਨ ਦੇ ਲਈ ਆਵਾਜਾਈ ਲਓ, ਜੋ ਸਮਾਜਿਕ ਅਧਿਐਨ ਦਾ ਹੈ। ਸਧਾਰਨ ਸ਼੍ਰੇਣੀ ਵਿੱਚ ਆਵਾਜਾਈ ਦਾ ਅਰਥ ਅਤੇ ਲਾਭਾਂ ਦੇ ਘਾਟਾਂ ਬਾਰੇ ਪੜ੍ਹਿਆ ਜਾਵੇਗਾ। ਪਰ ਜਿਹੜੇ ਗਿਫਟਡ ਜਿਹੜੇ ਚਿਲਡਰਨ ਨੇ ਉਹ ਆਵਾਜਾਈ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਇੰਟਰਵਿਊ ਲੈਣ ਤਾਂ ਕਿ ਵਾਸਤਵਿਕ ਹਾਲ ਦਾ ਪਤਾ ਲੱਗ ਸਕੇ ਕਿ ਆਵਾਜਾਈ ਦਾ ਇਤਿਹਾਸ, ਵਿਕਾਸ ਅਤੇ ਇਸ ਦੇ ਭਵਿੱਖ ਜਾਂ ਆਵਾਜਾਈ ਦੇ ਨਵੇਂ ਢੰਗਾਂ ਨੂੰ ਯਾਦ ਕਰਨ ਬਾਰੇ ਪੜ੍ਹਾਇਆ ਜਾ ਸਕਦਾ। ਤਾਂ ਇੱਕ ਜਿਹੜਾ ਆਮ ਵਿਦਿਆਰਥੀ ਉਹ ਸਿਰਫ ਇੰਨਾ ਆਵਾਜਾਈ ਬਾਰੇ ਆਮ ਜੀ ਨੌਲੇਜ ਹੈ ਜਿਹੜੀ ਉਹ ਗ੍ਰਹਿਣ ਕਰੂਗਾ, ਪਰ ਜਿਹੜਾ ਇੱਕ ਗਿਫਟਡ ਚਾਈਲਡ ਹੈ ਉਹ ਉਸ ਦੇ ਆਵਾਜਾਈ ਬਾਰੇ ਪੂਰੀ ਡਿਟੇਲ ਦੇ ਨਾਲ ਪੜ੍ਹੂਗਾ। ਨੈਕਸਟ ਹੈ ਚੜ੍ਹਾਈ ਵਾਲੇ ਜਾਂ ਸਮਾਨਾਂਤਰ ਪ੍ਰੋਗਰਾਮ। ਤਾਂ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਗਿਫਟਡ ਚਾਈਲਡ ਨੂੰ ਲਗਾਤਾਰ ਉਤਸ਼ਾਹਿਤ ਕਰਨਾ ਕਿ ਉਹ ਵਾਧੂ ਪੜ੍ਹਾਈ, ਕੰਮ ਸੌਂਪਣੀਆਂ ਅਤੇ ਸ਼੍ਰੇਣੀ ਕਿਰਿਆਵਾਂ ਤੋਂ ਇਲਾਵਾ ਕੁਝ ਹੋਰ ਕਿਰਿਆਵਾਂ ਦੇ ਵਿੱਚ ਵੀ ਹਿੱਸਾ ਲੈਣ। ਉਹ ਵਿਦੇਸ਼ੀ ਸਾਹਿਤ ਦਾ ਵੀ ਅਧਿਐਨ ਕਰਨ ਅਤੇ ਅਨੇਕਾਂ ਤਰ੍ਹਾਂ ਦੀ ਹੋਰ ਆਰਟ ਦੇ ਵਿੱਚ ਆਪਣਾ ਹਿੱਸਾ ਲੈਣ। ਤਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਕਿ ਉਹ ਗਿਫਟਡ ਜਿਹੜੇ ਚਿਲਡਰਨ ਨੇ ਉਹਨਾਂ ਦੀ ਤਾਂ ਕਿ ਉਹ ਆਪਣੇ ਮਤਲਬ ਕਿ ਜਿਹੜੇ ਉਹਨਾਂ ਦੇ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਕਰ ਲੈਣ। ਤਾਂ ਇਸ ਤਰ੍ਹਾਂ ਅਧਿਆਪਕਾਂ ਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਸਿਰਜਣਾਤਮਕ ਜਿਹੜੇ ਕੰਮ ਨੇ ਉਹ ਉਹਨਾਂ ਵਿਦਿਆਰਥੀਆਂ ਨੂੰ ਦੇਣੇ ਚਾਹੀਦੇ ਨੇ। ਤਾਂ ਇਸ ਤਰ੍ਹਾਂ ਜਿਹੜਾ ਇਹ ਗਿਫਟਡ ਚਿਲਡਰਨ ਹੁੰਦੇ ਨੇ ਇਹਨਾਂ ਦਾ ਜਿਹੜਾ ਕਰੀਕੁਲਮ ਹੈ ਉਹ ਆਮ ਵਿਦਿਆਰਥੀਆਂ ਦੇ ਨਾਲੋਂ ਥੋੜ੍ਹਾ ਅਲੱਗ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਕੌਸ਼ਲਾਂ ਜਾਂ ਆਪਣੀਆਂ ਯੋਗਤਾਵਾਂ ਦਾ ਸਹੀ ਤਰੀਕੇ ਨਾਲ ਵਿਕਾਸ ਕਰ ਸਕਣ ਅਤੇ ਜੋ ਤਰੱਕੀ ਕਰਨਾ ਚਾਹੁੰਦੇ ਨੇ ਉਹ ਆਪਣੀ ਤਰੱਕੀ ਹੈ ਜਿਹੜੀ ਉਹ ਕਰ ਸਕਣ। ਥੈਂਕ ਯੂ।